ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜੋਤੀ ਵੀਰ ਦੀ ਪੈਰਾਮਾਉਂਟ ਸਰਵਿਸਿਜ਼ ਤੋਂ। ਸੋ ਅੱਜ ਦੀ ਵੀਡੀਓ ਸਪੈਸ਼ਲ ਉਹਨਾਂ ਦੇ ਲਈ ਹੈ ਜਿਹੜੇ ਇਨਕਮ ਟੈਕਸ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ ਨੇ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰੂੰਗੀ ਕਿ ਇਨਕਮ ਟੈਕਸ ਰਿਟਰਨਸ ਜਿਹੜੀਆਂ ਨੇ ਉਹ ITR ਕਿੰਨੇ ਤੱਕ ਦੀਆਂ ਹੋਣੀਆਂ ਚਾਹੀਦੀਆਂ, ਕਿਹੜੇ ਪ੍ਰੋਫੈਸ਼ਨ 'ਤੇ ਲਾਗੂ ਹੁੰਦੀਆਂ, ਕਿਹੜੇ ਪ੍ਰੋਫੈਸ਼ਨ ਲਈ ਬਹੁਤ ਕੰਪਲਸਰੀ ਨੇ, ਕਿਹੜੇ ਪ੍ਰੋਫੈਸ਼ਨ ਨੂੰ ਲੈ ਕੇ ਇਨਕਮ ਟੈਕਸ ਰਿਟਰਨ ਕਿੰਨੀ ਕੁ ਹੋਣੀ ਚਾਹੀਦੀ ਹੈ, ਔਰ ਇਹ ਵੀਜ਼ਾ ਲੈਣ ਦੇ ਵਿੱਚ ਕੀ ਤੁਹਾਨੂੰ ਹੈਲਪ ਕਰਦੀ ਹੈ। ਇਹ ਸਾਰੀ ਚੀਜ਼ਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਸੋ ਜਦੋਂ ਗੱਲ ਆਉਂਦੀ ਹੈ ITR ਦੀ, ਇਨਕਮ ਟੈਕਸ ਰਿਟਰਨ ਦੀ, ਇਹ ਦੇਖੋ ਜਦੋਂ ਆਪਾਂ ਇਨਕਮ ਟੈਕਸ ਰਿਟਰਨ ਦੀ ਗੱਲ ਆਉਂਦੀ ਹੈ, ਇਹ ਇੱਕ ਤਰੀਕੇ ਦਾ ਐਸਾ ਇੱਕ ਡਾਕੂਮੈਂਟੇਸ਼ਨ ਹੈ ਜਿਹੜਾ ਕਿ ਇੱਕ ਸੈਲਫ ਡੈਕਲੇਰੇਸ਼ਨ ਜਾਂਦੀ ਹੈ ਸਾਡੇ ਵੱਲੋਂ ਕਿ ਸਾਡੀ ਇੰਨੀ ਇਨਕਮ ਆ, ਉਹ 'ਚੋਂ ਆ ਸਾਡੇ ਖਰਚੇ ਨਿਕਲ ਜਾਂਦੇ ਆ, ਇੰਨਾ ਕੁ ਸਾਨੂੰ ਪ੍ਰੋਫਿਟ ਹੋ ਰਿਹਾ ਆ। ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਡਿਕਲੇਅਰ ਕਰੀ ਦੀਆਂ ਹੈਗੀਆਂ ਆ, ਇਹ ਉਸ ਤੋਂ ਬਾਅਦ ਗਵਰਨਮੈਂਟ ਤੋਂ ਅਪਰੂਵਡ ਹੋ ਕੇ ਆ ਜਾਂਦੀਆਂ ਨੇ। ਔਰ ਇਹ ਇਨਕਮ ਟੈਕਸ ਰਿਟਰਨ ਵੀਜ਼ੇ ਦੇ ਲਈ ਬਹੁਤ ਬੈਨੀਫਿਸ਼ਲੀ ਹੁੰਦੀਆਂ ਨੇ। ਹੁਣ ਦੇਖੋ, ਜੇ ਪਰਸਨ ਕਰਦਾ ਪਿਆ ਐਗਰੀਕਲਚਰ ਦਾ ਕੰਮ, ਅਤੇ ਐਗਰੀਕਲਚਰ ਦਾ ਜਿਹੜਾ ਇੱਕ ਸਰੋਤ ਹੈ, ਜਿਹੜਾ ਕੰਮ ਹੈ, ਇਹਦੇ ਉੱਤੇ ITR ਇਨਕਮ ਟੈਕਸ ਲਾਗੂ ਨਹੀਂ ਹੁੰਦਾ। ਉਹ ਭਾਵੇਂ ਭਰੇ ਭਾਵੇਂ ਨਾ ਭਰੇ, ਉਹਦਾ ਟੈਕਸ ਨਹੀਂ ਬਣਨਾ ਕਦੀ ਵੀ, ਚਾਹੇ ਇਨਕਮ ਟੈਕਸ ਰਿਟਰਨ 20 ਲੱਖ ਦੀ ਕਿਉਂ ਨਹੀਂ ਜਾ ਰਹੀ। ਬਟ ਇੱਕ ਐਗਰੀਕਲਚਰ ਵਾਲੇ ਪਰਸਨ ਲਈ ਇਨਕਮ ਟੈਕਸ ਹੋਣਾ ਜਾਂ ਨਹੀਂ ਹੋਣਾ ਜ਼ਰੂਰੀ ਨਹੀਂ ਹੈਗਾ। ਉਹਦੀ ਇਨਕਮ ਉੱਦਾਂ ਹੀ ਜਸਟੀਫਾਈ ਹੁੰਦੀ ਪਈ ਆ ਕਿਉਂਕਿ ਉਹ ਵਿਦਆਊਟ ਟੈਕਸ ਹੈਗੀ ਆ, ਠੀਕ ਹੈ। ਔਰ ਇਹਦੇ ਨਾਲ ਹੀ ਆ ਜਾਂਦਾ ਕਿ ਇਨਕਮ ਟੈਕਸ ਕਿੰਨੇ ਤੱਕ ਦੀ ਹੋਣੀ ਚਾਹੀਦੀ ਜੇਕਰ ਅਸੀਂ ਵੀਜ਼ਾ ਅਪਲਾਈ ਕਰਨਾ। ਔਰ ਸਭ ਤੋਂ ਮੇਜਰ ਚੀਜ਼, ਜੇਕਰ ਅਸੀਂ ਵੀਜ਼ਾ ਅਪਲਾਈ ਕਰਨਾ ਵੱਡੀਆਂ ਕੰਟਰੀਆਂ ਦਾ। ਹੁਣ ਵੱਡੀ ਕੰਟਰੀ ਦੀ ਗੱਲ ਕਰੀ, ਵੱਡੀ ਕੰਟਰੀਆਂ ਦੇ ਵਿੱਚ ਆ ਜਾਂਦਾ ਹੈ ਕੈਨੇਡਾ, US, ਆਸਟ੍ਰੇਲੀਆ, ਨਿਊਜ਼ੀਲੈਂਡ, UK, ਸ਼ੈਨਗਨ ਕੰਟਰੀਆਂ। ਤੋ ਇਹ ਕੰਟਰੀਆਂ ਜਿਹੜੀਆਂ ਵੱਡੀ ਕੰਟਰੀਆਂ ਦੇ ਵਿੱਚ ਆਉਂਦੀਆਂ ਨੇ। ਸੋ ਇਹਦੇ ਵਿੱਚ ਇਨਕਮ ਟੈਕਸ ਰਿਟਰਨ ਜੇ ਆਪਾਂ ਲਗਾਉਂਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਬੈਨੀਫਿਟ ਦਿੰਦੀਆਂ ਨੇ। ਹੁਣ ਇਨਕਮ ਟੈਕਸ ਰਿਟਰਨ ਲੈਟ ਸਪੋਜ਼ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ, ਇਹ ਟੋਟਲੀ ਡਿਪੈਂਡ ਕਰਦਾ ਆ ਕਿ ਤੁਹਾਡੇ ਇੱਥੇ ਖਰਚੇ ਕੀ ਹੈ, ਤੁਹਾਡੀ ਇਨਕਮ, ਤੁਹਾਡੇ ਖਰਚੇ, ਕਿੰਨੀ ਕੁ ਚੀਜ਼ ਦੇ ਵਿੱਚ ਤੁਹਾਡੀ ਮੈਨੇਜਮੈਂਟ ਜਿਹੜੀ ਹੈ ਉਹ ਹੋ ਜਾਂਦੀ ਹੈ। ਫਿਰ ਪਲੱਸ ਤੁਹਾਡੇ ਬੈਂਕ ਦੇ ਵਿੱਚ ਕਿੰਨਾ ਕੁ ਇਨ ਆਊਟ ਹੋ ਰਿਹਾ, ਉਹਦੇ 'ਤੇ ਡਿਪੈਂਡਡ ਆ ਫੁੱਲੀ ਤਰੀਕੇ ਦੇ ਨਾਲ। ਔਰ ਦੇਖੋ, ਜੇਕਰ ਅਸੀਂ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਰਹਿ ਰਹੇ ਹਾਂ, ਜਿਹਦੇ ਵਿੱਚ ਲਾ ਲਓ ਪੈਰੈਂਟਸ ਵੀ ਆ ਰਹੇ, ਵਾਈਫ ਵੀ ਆ ਰਹੇ, ਬੱਚੇ ਵੀ ਆ ਰਹੇ 2, ਔਰ ਹਸਬੈਂਡ ਵਾਈਫ ਵੀ ਆ ਰਹੇ, ਤਾਂ 6 ਪਰਸਨ ਤੁਸੀਂ ਆਲਰੇਡੀ ਹੈਗੇ ਹੋ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਜਦੋਂ ਇੱਕ ਏਜ ਕ੍ਰਾਈਟੀਰੀਆ ਅਸੀਂ ਟੱਪਦੇ ਹਾਂ, 50 ਟੱਪ ਜਾਂਦੇ ਹਾਂ, ਤਾਂ ਕੋਈ ਨਾ ਕੋਈ ਮੈਡੀਸਨ ਰੈਗੂਲਰ ਬੇਸਿਸ 'ਤੇ ਲੱਗ ਜਾਂਦੀ ਆਲਮੋਸਟ। ਕਈਆਂ ਨੂੰ ਨੀ ਦੀ ਪ੍ਰੋਬਲਮ, ਕਈਆਂ ਨੂੰ ਹਾਰਟ ਦੀ, ਕਈਆਂ ਨੂੰ ਕਿਸੇ ਚੀਜ਼ ਦੇ ਡਿਸੀਜ਼ਸ, ਠੀਕ ਹੈ। ਔਰ ਬੱਚਿਆਂ ਦੀ ਗੱਲ ਕਰੀਏ, ਬੱਚੇ ਜਦੋਂ 3 ਸਾਲ ਤੋਂ ਉੱਪਰ ਹੋ ਜਾਂਦੇ ਤਾਂ ਐਜੂਕੇਸ਼ਨਲ ਐਕਸਪੈਂਡੀਚਰ ਸਟਾਰਟ ਹੋ ਜਾਂਦਾ ਆ। ਸੋ ਇਹਨਾਂ ਦੀ ਗੱਲ ਕਰੀਏ ਤਾਂ ਇੱਕ 6 ਪਰਸਨ ਦੀ ਪੂਰੀ ਫੈਮਿਲੀ ਹੈਗੀ ਆ, ਉਹਦੇ ਲਈ ਇਨਕਮ ਟੈਕਸ ਰਿਟਰਨ ਕਿੰਨੀ ਕੁ ਹੋਣੀ ਚਾਹੀਦੀ ਆ। ਹੁਣ ਜੇ ਅਪ ਟੂ ਦਾ ਹਾਈ ਕਮਿਸ਼ਨ ਰੂਲ ਕਿ ਇੱਕ ਬੰਦਾ ਜੇ 50-60 ਹਜ਼ਾਰ ਰੁਪਈਆ ਪਰ ਮੰਥ ਕਮਾ ਰਿਹਾ ਹੈ ਤਾਂ ਫਿਰ ਹੀ ਉਹਦੀ ਇੰਨੀ ਫੈਮਿਲੀ ਦੀ ਸਰਵਾਈਵੈਂਸ ਹੈ। ਔਰ ਇਹ ਚੀਜ਼ ਇਸ ਤਰੀਕੇ ਵੀ ਡਿਪੈਂਡ ਕਰਦੀ ਹੈ, ਕਈ ਵਾਰੀ ਕੀ ਹੁੰਦਾ ਆ ਕਿ ਹਸਬੈਂਡ ਵਾਈਫ ਬੋਥ ਆਰ ਵਰਕਿੰਗ, ਦੋਨੋਂ ਪਰਸਨਸ ਹੀ ਕੰਮ ਕਰ ਰਹੇ ਹੋਏ ਆ, ਤਾਂ ਉਹ ਕੀ ਆ, ਉਹ ਜੇ 4-4 ਦੀ ਇੱਕ ਬੰਦਾ ਵੀ ਭਰ ਰਿਹਾ, ਦੈਟ ਇਜ਼ ਆਲਸੋ ਸਫੀਸ਼ੀਐਂਟ, ਠੀਕ ਹੈ। ਹੁਣ ਇੱਥੇ ਗੱਲ ਹੋ ਜਾਂਦੀ, ਕਿਸੇ ਦਾ ਇੱਕ ਬੱਚਾ ਹੈ, ਹਸਬੈਂਡ ਵਾਈਫ ਆ, ਦੈਟਸ ਇਟ ਸਫੀਸ਼ੀਐਂਟ। ਇੱਕੋ ਹੀ ਬੱਚਾ ਪੜ੍ਹ ਰਿਹਾ, ਹਸਬੈਂਡ ਵਾਈਫ ਹੈਗੇ ਆ, ਤਾਂ ਉਹਨਾਂ ਦੀ ਰਿਟਰਨ ਜੇ ਘੱਟ ਵੀ ਹੈਗੀ ਤਾਂ ਉਹ ਵੀ ਚੱਲੇਗਾ। ਹੁਣ ਹੋਣੀ ਕਿੰਨੇ ਕੁ ਸਾਲ ਦੀ ਚਾਹੀਦੀ ਆ, ਇਹ ਦੇਖੋ ਨੋਰਮਲੀ ਤਰੀਕੇ ਨਾਲ ਲਾਸਟ ਤਾਂ ਆਪਾਂ ਫਿਲ ਕਰਕੇ ਭੇਜੀਏ ਮਿਨੀਮਮ 2 ਸਾਲ ਦੀ। ਜੇ 3-4 ਸਾਲ ਦੀ ਹੋ ਜਾਂਦੀ ਹੈ ਤਾਂ ਹੋਰ ਹੀ ਜ਼ਿਆਦਾ ਪਲੱਸ ਪੁਆਇੰਟ ਹੋ ਜਾਂਦਾ ਤੁਹਾਡੀ ਐਪਲੀਕੇਸ਼ਨ ਨੂੰ ਲੈ ਕੇ। ਤੋ ਅੱਜ ਦੇ ਟਾਈਮ ਦੇ ਹਿਸਾਬ ਨਾਲ ਇਨਕਮ ਟੈਕਸ ਰਿਟਰਨ ਅਸੀਂ ਬੈਕ ਜਿਹੜਾ ਹੈਗਾ ਪ੍ਰੀਵੀਅਸ ਈਅਰ ਦੀ ਵੀ ਭਰ ਸਕਦੇ ਹਾਂ, ਭਾਵੇਂ ਫਿਲਿੰਗ ਡੇਟ ਆਹੀ ਹੋਏਗੀ। ਬਟ ਜੇ ਕਿਸੇ ਦੀ ਕਿਸੇ ਕਾਰਨ ਤੋਂ ਸਕਿਪ ਹੋ ਚੁੱਕੀ ਆ, ਜੇਕਰ ਕੋਈ ਨਹੀਂ ਭਰ ਸਕਿਆ, ਤਾਂ ਉਹ ਜਿਹੜਾ ਇਨਕਮ ਟੈਕਸ ਰਿਟਰਨ ਆ ਉਹ ਭਰ ਸਕਦੇ ਨੇ ਈਜ਼ੀਲੀ ਤਰੀਕੇ ਦੇ ਨਾਲ। ਔਰ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਮਤਲਬ ਜਿਵੇਂ ਮੈਂ ਤੁਹਾਨੂੰ ਦੱਸਿਆ ਫੈਮਿਲੀ ਸਾਈਜ਼, ਔਰ ਸੈਕਿੰਡ ਚੀਜ਼ ਕਿ ਆਪਾਂ ਜਿਹੜੀ ਕੰਟਰੀ ਚੂਜ਼ ਕੀਤੀ ਆ ਉੱਥੇ ਦਾ ਐਕਸਪੈਂਡੀਚਰ ਕਵਰ ਕਰਨ ਜੋਗੀ ਹੋਵੇ ਸਾਡੀ ਇਨਕਮ ਟੈਕਸ ਰਿਟਰਨ। ਇਹ ਇੱਕ ਸੈਲਫ ਡੈਕਲੇਰੇਸ਼ਨ ਹੁੰਦੀ ਆ ਫਸਟ, ਉਦੋਂ ਤੱਕ ਜਦ ਤੱਕ ਇਹ ਗਵਰਨਮੈਂਟ ਅਪਰੂਵਡ ਹੋ ਕੇ ਨਹੀਂ ਆਉਂਦੀ ਕਿ ਠੀਕ ਹੈ ਅਸੀਂ ਅਕਾਊਂਟੈਂਟ ਹਾਇਰ ਕੀਤਾ, ਉਹਨਾਂ ਤੋਂ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕਰਾ ਰਹੇ ਹਾਂ, ਠੀਕ ਹੈ। ਉਹਨਾਂ ਨੇ ਆਪਣੇ ਹਿਸਾਬ ਨਾਲ ਪੇ ਆਊਟ ਕਰਤਾ। ਫਿਰ ਉਸ ਤੋਂ ਬਾਅਦ ਜਦੋਂ ਇਹ ਉੱਧਰੋਂ ਵੈਰੀਫਾਈ ਹੋ ਕੇ ਆ ਜਾਂਦੀਆਂ ਸਾਡੇ ਪੈਨ ਆਧਾਰ ਦੇ ਨਾਲ ਲਿੰਕਡ ਹੋ ਗਏ, ਉਦੋਂ ਇੱਕ ਗਵਰਨਮੈਂਟ ਪ੍ਰੂਫ ਬਣ ਜਾਂਦਾ ਸਾਡੀ ਇਨਕਮ ਕਿ ਵੀ ਆਰ ਟੈਕਸ ਪੇਅਰ ਹੈਗੇ ਆ, ਜਾਂ ਸਾਡੀ ਇੰਨੀ ਕੁ ਇਨਕਮ ਆਉਂਦੀ ਉੱਤੇ ਟੈਕਸ ਨਹੀਂ ਬਣਦਾ ਆ, ਜਾਂ ਸਾਡਾ ਆਪ ਦਾ ਬਿਜ਼ਨਸ ਹੈ, ਜਾਂ ਅਸੀਂ ਜੋਬ ਕਰ ਰਹੇ ਹਾਂ। ਦੇਖੋ ਇੱਕ ਚੀਜ਼ ਯਾਦ ਰੱਖੋ, ਕੋਈ 15,000 ਦੀ ਸੈਲਰੀ 'ਤੇ ਵੀ ਜੋਬ ਕਰਦਾ ਪਿਆ ਨਾ, ਅਤੇ ਉਹ ਇਨਕਮ ਟੈਕਸ ਰਿਟਰਨ ਫਿਲ ਕਰਨੀਆਂ ਸਟਾਰਟ ਕਰ ਦੇਵੇ, ਹੁਣ ਤੋਂ ਹੀ ਸਟਾਰਟ ਕਰ ਦੇਵੇ, ਕਿਉਂਕਿ ਹੁਣ ਤੁਹਾਡੇ ਕੋਲ ਇੱਕ ਮੌਕਾ ਵੀ ਹੈਗਾ ਆ ਕਿ ਤੁਸੀਂ ਪੁਰਾਣੇ ਈਅਰਸ ਦੀਆਂ ਵੀ ਇਨਕਮ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ। ਕਿਉਂਕਿ ਕਈ ਵਾਰੀ ਕੀ ਹੁੰਦਾ, ਬੰਦੇ ਨੂੰ ਨੌਲੇਜ ਨਹੀਂ ਆ,
ਉਹ ਕਹਿੰਦਾ ਇੰਨੇ ਦਾ ਕੀ ਰਿਟਰਨ ਭਰਨੀ ਹੈ, ਇੰਨੇ 'ਚ ਤਾਂ ਮੇਰਾ ਖਰਚਾ ਮਸੀ ਜਾ ਰਿਹਾ। ਤੁਸੀਂ ਟੈਕਸ ਨਹੀਂ ਪੇ ਕਰਨਾ ਹੈਗਾ, ਤੁਸੀਂ ਟੈਕਸ ਨਹੀਂ ਪੇ ਆਊਟ ਕਰਨਾ ਹੈ। ਜੇ 15,000 ਦੀ ਇਨਕਮ ਹੈਗੀ ਆ ਤੇ ਉਹਦੇ ਵਿੱਚ ਕੀ ਹੈ ਕਿ ਤੁਹਾਡੀ ਤਾਂ ਵਿਦਆਊਟ ਟੈਕਸ ਹੀ ਇਨਕਮ ਟੈਕਸ ਰਿਟਰਨ ਬਣੇਗੀ, ਬਟ ਉਹ ਫਾਈਲ ਕਰਨ ਨਾਲ ਕੀ ਇਨਕਮ ਜਸਟੀਫਾਈ ਹੋ ਕੇ ਆ ਗਈ ਕਿ ਐਕਚੁਅਲ 'ਚ ਬੰਦਾ ਕਮਾਉਂਦਾ ਆ। ਸੋ ਉਸ ਤੋਂ ਬਾਅਦ ਹੀ ਮਤਲਬ ਮੈਂ ਗੱਲ ਕਰੀਏ ਡੈਰੀ ਫਾਰਮ ਦੇ ਪ੍ਰੋਡਕਟਸ ਦੀ, ਉਹਦੇ 'ਤੇ ਟੈਕਸ ਹੈਗਾ, ਮਿਲਕ ਕਰਡ ਇਹਨਾਂ ਚੀਜ਼ਾਂ 'ਤੇ ਟੈਕਸ ਹੈਗਾ। ਤੋ ਅਗਰ ਕੋਈ ਬੰਦਾ ਆਪਣੀ ਇੱਕ ਨੋਰਮਲ ਜੌਬ ਦੇ ਨਾਲ ਡੈਰੀ ਫਾਰਮਿੰਗ ਸ਼ੋ ਕਰ ਰਿਹਾ ਤਾਂ ਉਹਦੀ ਡੈਫੀਨੇਟਲੀ ਜਿਹੜੀ ਦੋਨਾਂ 'ਤੇ ਹੀ ਜੇ ਮਿਲਾ ਕੇ ਟੈਕਸ ਬਣਦਾ ਹੋਇਆ ਤਾਂ ਉਹਨੂੰ ਜ਼ਰੂਰ ਪੇ ਕਰਨਾ ਚਾਹੀਦਾ ਆ। ਜੇਕਰ ਉਹ ਫੈਮਿਲੀ ਵਾਈਜ਼ ਥੋੜ੍ਹੇ ਜ਼ਿਆਦਾ ਹੈਗੇ ਆ ਤਾਂ ਹੋ ਸਕਦਾ ਥੋੜ੍ਹਾ ਬਹੁਤਾ ਉਹਨਾਂ ਨੂੰ ਟੈਕਸ ਪੇ ਕਰ ਲੈਣ, ਜ਼ਿਆਦਾ ਬੈਟਰ ਆ, ਕਿਉਂਕਿ ਉਹਦੇ ਨਾਲ ਫਾਈਲ 'ਚ ਇੱਕ ਪਲੱਸ ਪੁਆਇੰਟ ਆ ਜਾਂਦਾ ਆ। ਫਿਰ ਡਿਪੈਂਡ ਕਰਦਾ ਕਿ ਉਹ ਇੱਕ ਇਨਕਮ ਟੈਕਸ ਰਿਟਰਨ ਸ਼ੋ ਕਰਦੇ ਪਏ ਆ ਕਿ ਵਾਈਫ ਵੀ ਨਾਲ ਵਰਕਿੰਗ ਹੈ। ਤੋ ਆਪਾਂ ਓਵਰਆਲ ਲਗਾ ਕੇ ਚੱਲੀਏ ਇਨਕਮ ਟੈਕਸ ਰਿਟਰਨ ਇੱਕ ਬਹੁਤ ਹੀ ਇੱਕ ਮੈਂ ਕਹਿ ਲਓ ਇੱਕ ਮੇਜਰ ਚੀਜ਼ ਆ ਜਿਹਨੂੰ ਆਪਾਂ ਸਕਿਪ ਇਸ ਕਰਕੇ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਨੌਲੇਜ ਨਹੀਂ ਹੁੰਦੀ ਕਿ ਭਰਨੀ ਜ਼ਰੂਰੀ ਹੈ ਕਿ ਨਹੀਂ ਹੈ। ਤੋ ਇੱਕ ਚੀਜ਼ ਯਾਦ ਰੱਖੋ ਕਿ ਹੁਣ ਪੋਰਟਲ ਦਾ ਓਪਨ ਹੋਣਾ ਇੱਕ ਬਹੁਤ ਹੀ ਇੱਕ ਕਹਿ ਲਓ ਇੱਕ ਬਹੁਤ ਜ਼ਿਆਦਾ ਅੱਛਾ ਆਪਸ਼ਨ ਮਿਲ ਗਿਆ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਆਪਣੀ ਪ੍ਰੀਵੀਅਸ ਇਨਕਮ ਟੈਕਸ ਰਿਟਰਨਸ ਫਾਈਲ ਕਰ ਸਕਦੇ ਆ, ਠੀਕ ਹੈ। ਕਿਉਂਕਿ ਅੱਜ ਮੋਰਨਿੰਗ ਹੀ ਨਾ ਮੇਰੇ ਕੋਲ ਇੱਕ ਐਪਲੀਕੇਸ਼ਨ ਆਈ ਸੀਗੀ, ਸਪੋਂਸਰ ਬੇਸ ਸੀਗੀ, ਉਹਨਾਂ ਨੂੰ ਕਾਫੀ ਸੀਨੀਅਰ ਸਿਟੀਜ਼ਨ ਨੇ ਸਪੋਂਸਰ ਕੀਤਾ ਸੀਗਾ। ਤੋ ਉਹਨਾਂ ਦੀ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਫਾਈਲ ਵੀ ਜਿਹੜੀ ਆ ਉੱਧਰੋਂ ਕੈਲਗਰੀ ਤੋਂ ਲਵਾਈ ਸੀ ਆਈ ਥਿੰਕ, ਉੱਧਰਲੇ ਏਜੰਟ ਤੋਂ, ਕੈਨੇਡੀਅਨ ਏਜੰਟ ਤੋਂ। ਤੋ ਉਹਨਾਂ ਨੇ ਕੀ ਕੀਤਾ ਕਿ ਜੋ ਮੈਡਮ ਨੇ ਡਿਪਲੋਮਾ ਕੀਤਾ ਹੋਇਆ ਸੀ ਕੋਸਮੈਟੋਲੋਜੀ ਦਾ, ਮੇਕਅਪ ਆਰਟਿਸਟ ਦਾ, ਉਹਨਾਂ ਨੇ ਉਹ ਡਿਪਲੋਮੇ ਦੇ ਬੇਸਿਸ 'ਤੇ ਉੱਥੇ ਸ਼ੋਅ ਕਰਤਾ ਕਿ ਪਰਸਨ ਇਜ਼ ਵਰਕਿੰਗ ਫਰੋਮ 2010 ਟੂ 2021, ਹੀ ਇਜ਼ ਵਰਕਿੰਗ ਔਨਗੋਇੰਗ ਕੰਮ ਸ਼ੋਅ ਕਰਤਾ। ਬਟ ਉਹਦੇ ਕੰਮ ਦੇ ਤੌਰ 'ਤੇ ਕੋਈ ਪ੍ਰੂਫ ਨਹੀਂ ਲਗਾਇਆ ਕਿਉਂਕਿ ਜਿਹੜਾ ਉਹ ਸਰਟੀਫਿਕੇਟ ਉਹ ਤਾਂ ਐਜੂਕੇਸ਼ਨਲ ਪ੍ਰੂਫ ਦੇ ਵਿੱਚ ਆ ਗਿਆ ਨਾ ਕਿ ਇੱਕ ਡਿਗਰੀ, ਇੱਕ ਡਿਪਲੋਮਾ, ਇੱਕ ਪ੍ਰੋਫੈਸ਼ਨਲ ਕੋਰਸ ਬੰਦੇ ਨੇ ਕੀਤਾ ਹੋਇਆ। ਤੋ ਮੈਂ ਉਹਨਾਂ ਨੂੰ ਹੁਣ ਗਾਈਡ ਕਰਕੇ ਭੇਜਿਆ ਕਿ ਆਪਣੇ ਐਟਲੀਸਟ ਤੁਸੀਂ ਨਹੀਂ ਕੁਝ ਕਰਦੇ ਪਏ, ਹੋਮ ਮੇਕਰ ਆ ਤਾਂ ਹੋਮ ਮੇਕਰ ਹੀ ਸ਼ੋਅ ਕਰੋ, ਰਿਟਰਨ ਭਰਨੀ ਵੀ ਤਾਂ ਆਪਣੇ ਹਸਬੈਂਡ ਦੀ ਫਾਈਲ ਕਰੋ, ਜਿਹੜੇ 15-20 ਹਜ਼ਾਰ ਰੁਪਇਆ ਜੋ ਵੀ ਕਮਾ ਰਹੇ ਨੇ ਐਟਲੀਸਟ ਉਹ ਫਿਲ ਆਊਟ ਕਰੋ। ਉਹਦੇ ਨਾਲ ਕੀ ਹੈ ਤੁਹਾਨੂੰ ਤੁਹਾਡੀ ਐਪਲੀਕੇਸ਼ਨ ਨੂੰ ਸਪੋਰਟ ਮਿਲ ਜਾਏਗਾ। ਤੋ ਨੋਰਮਲੀ ਸਾਡੇ ਕੋਲ ਲਾਸਟ ਵੀ ਔਰ ਮਤਲਬ ਮੈਂ ਡੇਲੀ ਬੇਸਿਸ ਸ਼ੇਅਰ ਕਰਦੀ ਰਹਿੰਦੀ ਹਾਂ ਕਿ ਇੰਨੇ ਪਾਸਪੋਰਟਸ ਆਏ, ਇੰਨੇ ਪਾਸਪੋਰਟ, ਅੱਛਾ ਰੇਸ਼ੀਓ ਚੱਲਦਾ ਪਿਆ ਆ। ਬਟ ਮੈਂ ਖੁਦ ਸੁਜੈਸਟ ਕਰਦੀ ਹਾਂ ਆਪਣੇ ਕਲਾਇੰਟਸ ਨੂੰ ਕਿ ਇਨਕਮ ਟੈਕਸ ਰਿਟਰਨਸ ਫਾਈਲ ਕਰਿਆ ਕਰੋ, ਜ਼ਿਆਦਾ ਵਧੀਆ। ਕੋਈ ਐਗਰੀਕਲਚਰ ਦਾ ਕੰਮ ਕਰ ਰਿਹਾ ਉਹਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਉਹ ਕਰ ਲੈਂਦਾ ਤਾਂ ਦਿਸ ਇਜ਼ ਪਲੱਸ ਪੁਆਇੰਟ। ਨਹੀਂ ਵੀ ਕਰ ਰਿਹਾ ਤਾਂ ਉਹ ਮਤਲਬ ਇੱਕ ਟੈਨਸ਼ਨ ਦੇ ਦਾਇਰੇ ਦੇ ਵਿੱਚ ਨਹੀਂ ਜਾ ਰਿਹਾ ਕਿ ਮੈਨੂੰ 20 ਲੱਖ ਇਨਕਮ ਆਉਂਦੀ ਹੈ ਤਾਂ ਮੈਂ ਟੈਕਸ ਨਹੀਂ ਪੇ ਕਰਦਾ, ਕਿਉਂਕਿ ਉਹਦੀ ਇਨਕਮ 'ਤੇ ਟੈਕਸ ਐਗਜ਼ੈਂਪਟ ਹੈਗੀ ਆ, ਸਰਕਾਰ ਵੱਲੋਂ ਟੈਕਸ ਲਾਗੂ ਨਹੀਂ ਹੈਗਾ। ਬਟ ਇਹ ਬਹੁਤ ਹੀ ਇੱਕ ਅੱਛਾ ਡਾਕੂਮੈਂਟ ਹੈ, ਇਹਨੂੰ ਫਾਈਲ ਦੇ ਵਿੱਚ ਅਗਰ ਆਪਾਂ ਲਗਾ ਦਈਏ ਤਾਂ ਫਾਈਲ ਹੋਰ ਜ਼ਿਆਦਾ ਸਟਰੋਂਗ ਬਣ ਜਾਂਦੀ ਆ। ਬਾਕੀ ਇਨਕਮ ਟੈਕਸ ਨੂੰ ਲੈ ਕੇ ਜਾਂ ਤੁਹਾਡੀ ਬੈਂਕ ਸਟੇਟਮੈਂਟਸ ਨੂੰ ਲੈ ਕੇ ਜਾਂ ਐਪਲੀਕੇਸ਼ਨ ਨੂੰ ਲੈ ਕੇ ਕੋਈ ਵੀ ਸੁਝਾਅ ਜਾਂ ਕੁਐਸਚਨਸ ਹੁੰਦੇ ਨੇ ਤਾਂ ਉਹ ਜ਼ਰੂਰ ਸਾਨੂੰ ਕਮੈਂਟ ਦੇ ਵਿੱਚ ਕਰਿਆ ਕਰੋ ਤਾਂ ਕਿ ਸਾਨੂੰ ਵੀ ਹੈਲਪ ਮਿਲਦੀ ਕਿ ਮੈਂ ਨੈਕਸਟ ਟੌਪਿਕ ਉੱਤੇ ਬਣਾ ਸਕਾਂ। ਤੋ ਹਰੇਕ ਚੀਜ਼ ਦੇ ਲਈ ਕੁਐਸਚਨਸ ਆਪਣੇ ਪੁੱਟ ਕਰਦੇ ਰਹੋ। ਇਸ ਟਾਈਮ ਐਪਲੀਕੇਸ਼ਨ ਔਰ ਇਸ ਟਾਈਮ ਵੀਜ਼ਾ ਸਕਸੈਸ ਰੇਸ਼ੀਓ ਬਹੁਤ ਅੱਛਾ ਚੱਲਦਾ ਪਿਆ। ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪੈਰਾਮਾਊਂਟ ਈ ਸਰਵਿਸਿਜ਼ ਨੂੰ ਕੰਟੈਕਟ ਕਰੋ ਜਾਂ ਕਿਸੇ ਵੀ ਪੜ੍ਹੇ ਲਿਖੇ ਏਜੰਟ ਨੂੰ ਕੰਟੈਕਟ ਕਰੋ। ਥੈਂਕ ਯੂ ਸੋ ਮਚ।